एवरीवन वेलकम सत श्री अकाल जी। मैं हाँ हरजोत कौर हाजिर हाँ जी लैके तुहाडा अपना मनपसंद इमीग्रेशन शो उडारी विदेशा नूं ते कई स्टूडेंट्स दे सवाल आस्ट्रेलिया नूं लैके आंदे रहिंदे ने। तां असीं अज पूरा शो जो है खास तौर ते आस्ट्रेलिया दे उपर ही फोकस करन जा रहे हैं। इस दे लई तुसीं पूरा शो शुरू तो लैके अखीर तक ध्यान नाल वेखना अते सुनना है, क्योंकि लेटेस्ट अपडेट्स बारे गल करांगे, कमिंग इनटेक्स बारे गल करांगे ते स्पाउस वीज़ा बारे भी गल करांगे ते एक खास सैमीनार होण जा रहा है उस दे बारे भी गलबात करांगे। ते अज दी डिस्कशन दे लई असीं अपने स्टूडियो विच इनवाइट किया है जी ओम ग्लोबल इमीग्रेशनस तो वीज़ा एक्सपर्ट मिस्टर रमन दोसांझ जी नूं बहुत बहुत स्वागत है सर। सत श्री अकाल जी। सारी शुरुआत करन तो पहला डिस्कशन तो पहला मैं ये जानना चाहूँगी कि लेटेस्ट असीं देख रहे हैं कि बहुत सारी फाइलिंग हो रही है आस्ट्रेलिया दे लई। तां स्टूडेंट्स स्टार्टिंग विच ही आपां फ्रैश प्रोफाइल्स दी भी गल कर लईए, किहड़ी चीज़ां दा ध्यान रखन, क्योंकि असीं सारे जानते हैं कि आस्ट्रेलिया अप्लाई करिए अगर रिफ्यूज़ल आ जाए दोबारा अप्लाई करना बहुत मुश्किल हो जाता है। देखो जी, जे आपां प्रोफाइल की गल करिए, जिहड़ा +2 पास स्टूडेंट है वो तो रीसेंटली यानी कि 2021 पास आउट स्टूडेंट स्टेट बोर्ड होवे या ICSE या CBSE बोर्ड तो पास आउट होना जरूरी है। ओवरऑल 6 बैंड नॉट लैस दैन 5.5 बैंड एक्सैप्टेबल है। उस तो इलावा जे आपां गल करिए ग्रैजुएशन की, ग्रैजुएशन तो बाद ਆਪਾਂ 5 ਤੋਂ 6 ਸਾਲ ਦਾ ਜਾਂ 7 ਸਾਲ ਦਾ ਗੈਪ ਜੋ ਕਿ ਜਿਹਦੇ ਵਿੱਚ ਜਸਟੀਫਿਕੇਸ਼ਨ ਹੋਵੇ ਤੇ ਉਹਦੇ 6.5 6 ਈਚ ਬੈਂਡ ਨਾ प्रोफाइल जो कि आस्ट्रेलिया ਲਈ ਜਾ ਸਕਦਾ ਹੈ। जी 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 बिल्कुल। सो ਇਹ ਚੀਜ਼ਾਂ ਤੁਸੀਂ ਬਿਲਕੁਲ ਧਿਆਨ ਨਾਲ ਨੋਟ ਵੀ ਕਰਦੇ ਰਹੋ ਭਾਵੇਂ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਅਲੱਗ-ਅਲੱਗ ਥਾਵਾਂ ਤੋਂ ਤੁਸੀਂ ਇਨਫੋਰਮੇਸ਼ਨ ਲੈਣੇ ਹੋ, ਕਨਫਿਊਜ਼ ਹੋ ਜਾਂਦੇ ਹੋ, ਸਮਝ ਨਹੀਂ ਆਉਂਦਾ। ਸੋ ਅਸੀਂ ਇਸ ਸ਼ੋਅ ਦੇ ਜ਼ਰੀਏ ਪੂਰੀ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ। ਤੇ ਸਕਰੀਨ ਤੇ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਤੁਸੀਂ ਓਮ ਗਲੋਬਲ ਦੀ ਟੀਮ ਦੇ ਨਾਲ ਜੋ ਹੈ ਰਾਬਤਾ ਕਾਇਮ ਕਰ ਸਕਦੇ ਹੋ। ਤੇ ਤੁਸੀਂ ਇਹ ਤਾਂ ਚਲੋ ਦੱਸ ਦਿੱਤਾ ਵੀ ਕਿਹੜੇ-ਕਿਹੜੇ ਸਟੂਡੈਂਟਸ ਕੀ ਐਲੀਜੀਬਿਲਿਟੀ ਬਣਦੀ ਹੈ ਕਿ ਅਪਲਾਈ ਕਰ ਸਕਦੇ ਨੇ, ਪਰ ਅੱਗੋਂ ਅਗਰ ਅਸੀਂ ਪ੍ਰੋਸੈਸਿੰਗ ਪੀਰੀਅਡ ਦੀ ਗੱਲ करिए कितना को टाइम लग रहा है, कि कुछ डिले चल रहा है कि नॉर्मल प्रोसेस चल रहा है? देखो जी, अगर आप गल करिए प्रोसैसिंग का जो पहला वाला 2021 ਵਿੱਚ ਸਿਨੈਰੀਓ ਸੀ ਜਾਂ ਉਸ ਤੋਂ ਪਹਿਲਾਂ ਦਾ ਸਿਨੈਰੀਓ ਸੀ ਉਸ ਦੇ ਉਲਟ ਹੋ ਚੁੱਕਿਆ ਹੈ। ਯਾਨੀ ਕਿ ਅੱਗੇ ਜੇ ਆਪਾਂ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੁੰਦਾ ਸੀਗਾ ਤੇ ਮੈਕਸਿਮਮ ਟੂ ਮੈਕਸਿਮਮ 1 ਮੰਥ ਤੋਂ 1.5 ਮੰਥ ਦਾ ਸਮਾਂ ਲੱਗਦਾ ਸੀਗਾ। ਤੇ ਜਦੋਂ ਆਪਾਂ ਵੀ ਹਾਈ ਕਮਿਸ਼ਨ ਨੂੰ ਫਾਈਲ ਭੇਜਦੇ ਸੀਗੇ ਕਈ ਵਾਰ ਤਾਂ ਆਟੋ ਗ੍ਰਾਂਟ ਵੀ ਵੀਜ਼ਾ ਆ ਜਾਂਦਾ ਸੀ। ਬਟ ਇਸ ਟਾਈਮ ਜੋ ਹੈ ਟਾਈਮ ਆਪਾਂ ਅੰਬੈਸੀ ਜੋ ਟਾਈਮ ਲੈ ਰਹੀ ਹੈ ਮਿਨੀਮਮ ਉਹ 1.5 ਤੋਂ 2.5 ਮੰਥ ਦਾ ਟਾਈਮ ਲੈ ਰਹੀ ਹੈ ਤੇ ਟੋਟਲ ਟਾਈਮ 3 ਤੋਂ 4 ਮਹੀਨੇ ਦਾ ਟਾਈਮ ਲੈ ਰਹੀ ਹੈ। ਯਾਨੀ ਕਿ ਅਗਰ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਹੈ, ਸਪਾਊਸ ਹੋ ਸਿੰਗਲ ਹੋ, ਤੇ ਉਸ ਵਿੱਚ ਤੁਸੀਂ ਹੁਣ 3 ਤੋਂ 4 ਮਹੀਨੇ ਦਾ ਟਾਈਮ ਜੋ ਕਿ ਆਉਣ ਵਾਲਾ ਇਨਟੇਕ ਹੈ ਉਸ ਵਿੱਚ ਤੁਹਾਡਾ ਗੈਪ ਹੋਣਾ ਜ਼ਰੂਰੀ ਹੈ। ਜੀ 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 ਬਿਲਕੁਲ। ਤੇ ਜਦੋਂ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਹੀ ਰਹੇ ਹਾਂ ਤਾਂ ਜਦੋਂ ਗੱਲ ਆਉਂਦੀ ਹੈ ਕਿ ਐਲੀਜੀਬਲ ਤਾਂ ਅਸੀਂ ਹੋ ਗਏ, ਅਸੀਂ ਅਪਲਾਈ ਵੀ ਕਰ ਦਿੱਤਾ, ਪਰ ਜਦੋਂ ਗੱਲ ਫੰਡਸ ਦੀ ਆਉਂਦੀ ਹੈ ਤਾਂ ਜਾਂ ਫੰਡਸ ਨੂੰ ਲੈ ਕੇ ਆਪਾਂ ਕੋਰਸ ਦੀ ਵੀ ਗੱਲ ਕਰ ਲਈ, ਕਿਹੜੀ ਚੀਜ਼ ਉੱਪਰ ਖਾਸ ਫੋਕਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਟੂਡੈਂਟਸ ਨੇ ਕਈ ਵਾਰੀ ਅਵੇਅਰ ਨਹੀਂ ਹੁੰਦੇ ਕਿ ਇਹਨਾਂ ਚੀਜ਼ਾਂ 'ਤੇ ਧਿਆਨ ਰੱਖਣਾ ਜ਼ਰੂਰੀ ਹੈ। ਕੋਰਸ ਦੀ ਰੈਲੇਵੈਂਸੀ, ਫੰਡਸ, ਸਭ ਚੀਜ਼ਾਂ ਦੀ ਡਿਟੇਲ ਚਾਹਾਂ। ਦੇਖੋ ਜੀ, ਜੇ ਆਪਾਂ ਗੱਲ ਕਰੀਏ ਇੱਕ ਵੀਜ਼ਾ ਅਪਲਾਈ ਕਰਨਾ ਤੇ ਇੱਕ ਵੀਜ਼ਾ ਲੈਣਾ ਬਹੁਤ ਉਹਦੇ ਵਿੱਚ ਡਿਫਰੈਂਟ ਹੈ। ਅਗਰ ਤੁਸੀਂ ਗੱਲ ਕਰੀਏ, ਆਪਾਂ ਗੱਲ ਕਰੀਏ ਇੱਕ ਵੀਜ਼ਾ ਅਪਲਾਈ ਕਰਨਾ, ਉਹ ਚਾਹੇ 2017 ਪਾਸ ਆਊਟ +2 ਆ ਜਾਂ 18 ਜਾਂ 19 ਕੋਈ ਵੀ ਵੀਜ਼ਾ ਅਪਲਾਈ ਕਰ ਸਕਦਾ ਹੈ। ਕੋਈ ਵੀ ਛੋਟੇ ਮੋਟੇ ਕੋਰਸਿਸ ਵਿੱਚ ਅਪਲਾਈ ਕਰਕੇ ਆਪਾਂ ਵੀਜ਼ਾ ਅਪਲਾਈ ਕਰਕੇ ਹਾਈ ਕਮਿਸ਼ਨ ਤੋਂ ਉਸ ਦਾ ਰਿਜ਼ਲਟ ਲੈ ਸਕਦੇ ਹਾਂ, ਚਾਹੇ ਉਹ ਰਿਫਿਊਜ਼ ਹੁੰਦਾ ਚਾਹੇ ਵੀਜ਼ਾ ਗ੍ਰਾਂਟ ਹੁੰਦਾ। ਬਟ ਐਟ ਦੀ ਐਂਡ ਜੇ ਆਪਾਂ ਗੱਲ ਕਰੀਏ ਇੱਕ ਵੀਜ਼ਾ ਲੈਣ ਵਾਲੀ ਪ੍ਰੋਫਾਈਲ ਆ, ਉਹਦੇ ਵਿੱਚ ਪਹਿਲੀ ਗੱਲ ਤਾਂ ਦੇਖਣਾ ਜ਼ਰੂਰੀ ਹੈ ਬੱਚੇ ਦਾ ਪ੍ਰੋਫਾਈਲ ਕਿੱਦਾਂ ਦਾ ਹੈ, ਉਹਨੇ ਕਿਹੜੀ ਸਟਰੀਮ ਤੋਂ +2 ਜਾਂ ਗ੍ਰੈਜੂਏਸ਼ਨ ਕੀਤੀ ਹੈ, ਉਸ ਦੀ ਕੋਰਸ ਰੈਲੇਵੈਂਸੀ ਕਿੱਥੇ ਬਣਦੀ ਹੈ। ਅਗਰ ਆਪਾਂ ਗੱਲ ਕਰੀਏ ਨਾਨ ਮੈਡੀਕਲ ਦੇ ਸਟੂਡੈਂਟ ਦੀ, ਉਸ ਵਿੱਚ ਜਿਵੇਂ IT ਦੇ ਸਟਰੀਮ ਦੇ ਕੋਰਸਿਸ ਅਪਲਾਈ ਕਰ ਸਕਦੇ ਹਾਂ, ਉਹਦੇ ਵਿੱਚ ਇੰਜੀਨੀਅਰਿੰਗ ਦੇ ਕੋਰਸਿਸ ਅਪਲਾਈ ਕਰ ਸਕਦੇ ਹਾਂ। ਬੇਸਿਕਲੀ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਹਨ ਵੀ ਉਹਦੇ ਵਿੱਚ ਉਹਦੇ ਮੈਥ ਦੇ ਨੰਬਰ ਕਿੰਨੇ ਹੈ, ਫਿਜ਼ਿਕਸ ਕੈਮਿਸਟਰੀ ਵਿੱਚੋਂ ਨੰਬਰ ਕਿੱਦਾਂ ਹੈ, ਤੇ ਅਗਰ ਉਹਦੇ ਆਇਲਸ ਵਿੱਚ ਵੀ ਦੇਖਿਆ ਜਾਂਦਾ ਉਹਦੇ ਰਾਈਟਿੰਗ ਚੋਂ, ਲਿਸਨਿੰਗ ਚੋਂ, ਪਲੱਸ ਉਹਦੇ ਸਪੀਕਿੰਗ ਚੋਂ ਬੈਂਡ ਕਿੰਨੇ ਹੈ, ਤੇ ਇਸੇ ਨਾਲ ਹੀ ਉਹਦੇ ਕੋਰਸ ਰੈਲੇਵੈਂਸੀ ਬਣਦੀ ਹੈ। ਫੰਡਸ ਦੀ ਆਪਾਂ ਜੇ ਗੱਲ ਕਰੀਏ, ਫੰਡ ਜੋ ਇਸ ਟਾਈਮ ਅੰਬੈਸੀ ਹੈ ਬਹੁਤ ਹੀ ਸਟਿਕਨੈਸ ਉਸਨੇ ਵਧਾਈ ਹੋਈ ਹੈ। ਫੰਡ ਦੀ ਪ੍ਰੋਪਰ ਵੈਰੀਫਿਕੇਸ਼ਨ ਹੋ ਰਹੀ ਹੈ, ਕਿਹੜੇ ਬੈਂਕ ਤੋਂ ਉਹਨਾਂ ਨੇ ਫੰਡ ਕਰਾਏ ਸੀ, ਕਿਸ ਡੇਟ ਨੂੰ ਡਿਪੋਜ਼ਿਟ ਕਰਵਾਏ ਸੀਗੇ, ਕਿਹੜੇ ਸੋਰਸ ਨਾਲ ਫੰਡ ਆਏ ਆ, ਹਰ ਚੀਜ਼ ਦੀ ਜਸਟੀਫਿਕੇਸ਼ਨ ਅੰਬੈਸੀ ਮੰਗਦੀ ਪਈ ਹੈ। ਜੀ 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 ਬਿਲਕੁਲ। ਸੋ ਇਸ ਲਈ ਇਹਨਾਂ ਚੀਜ਼ਾਂ ਵੱਲ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਤਾਂ ਕਿ ਕਿਤੇ ਵੀ ਰੁਕਾਵਟ ਨਾ ਬਣੇ, ਕੋਈ ਰਿਫਿਊਜ਼ਲ ਦਾ ਰੀਜ਼ਨ ਨਾ ਬਣੇ। ਤੇ ਤੁਹਾਡੀ ਕੰਪਨੀ ਵੱਲੋਂ ਜੋ ਸੈਮੀਨਾਰ ਵੀ ਕਰਵਾਏ ਜਾ ਰਹੇ ਨੇ 15 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ, ਮੈਂ ਇਹਦੇ ਲਈ ਇਸ ਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੀ ਕਿ ਖਾਸ ਤੌਰ ਤੇ ਕਿਹੜੇ ਸਟੂਡੈਂਟਸ ਨੂੰ ਫੋਕਸ ਕਰਕੇ ਸੈਮੀਨਾਰ ਕਰਵਾਏ ਜਾ ਰਹੇ। ਦੇਖੋ, ਜੋ ਵੀ
ਆਪਾਂ ਜੋ ਸੈਮੀਨਾਰ ਹੈ ਉਹ ਆਸਟ੍ਰੇਲੀਆ ਨੂੰ ਲੈ ਕੇ ਮੇਨ ਚੀਜ਼ਾਂ ਨੂੰ ਸਟੂਡੈਂਟ ਵੀਜ਼ਾ ਨੂੰ ਲੈ ਕੇ ਕਰਵਾਇਆ ਜਾ ਰਿਹਾ, ਜਿਸ ਵਿੱਚ ਸਾਡੇ ਆਸਟ੍ਰੇਲੀਆ ਤੋਂ ਵੀਜ਼ਾ ਐਕਸਪਰਟ ਮਿਸਟਰ ਮਨਪ੍ਰੀਤ ਸਿੰਘ ਜੀ ਸਪੈਸ਼ਲ ਤੌਰ ਤੇ ਪੁੱਜੇ ਹੋਏ ਹਨ ਜੀ। ਉਹਨਾਂ ਨਾਲ ਤੁਸੀਂ ਆਪਣੀ ਹਰ ਇੱਕ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ, ਕਿੱਦਾਂ ਕੋਰਸ ਰੈਲੇਵੈਂਸੀ, ਕਿੱਦਾਂ ਜੀਟੀ ਕਲੀਅਰ ਹੋਊਗੀ, ਕਿੱਦਾਂ ਸਪਾਊਸ ਵੀਜ਼ੇ ਤੇ ਜਾਇਆ ਜਾ ਸਕਦਾ ਹੈ, ਕਿਹੜੇ ਪ੍ਰੋਵਿੰਸ 'ਚ ਜਾ ਕੇ ਤੁਹਾਨੂੰ ਪੀਆਰ ਦੇ ਆਪਸ਼ਨਸ ਜ਼ਿਆਦਾ ਹੈ, ਕਿਹੜੇ ਕੋਰਸ ਜਾ ਕੇ ਤੁਸੀਂ ਪੀਆਰ ਲਈ ਐਲੀਜੀਬਲ ਹੋ। ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸੈਮੀਨਾਰ ਕਰਵਾ ਰਹੇ ਹਾਂ, ਜਿਸ ਵਿੱਚ ਤੁਸੀਂ ਸਾਡੇ 15 ਤੋਂ ਲੈ ਕੇ 18 ਤੱਕ 15 ਤਰੀਕ ਨੂੰ ਜੋ ਸੈਮੀਨਾਰ ਹੋ ਰਿਹਾ ਅੰਮ੍ਰਿਤਸਰ 'ਚ, 16 ਤਰੀਕ ਨੂੰ ਜਲੰਧਰ, 17 ਤਰੀਕ ਨੂੰ ਬਠਿੰਡਾ ਆਫਿਸ ਤੇ 18 ਤਰੀਕ ਨੂੰ ਸਾਡੇ ਚੰਡੀਗੜ੍ਹ ਆਫਿਸ 'ਚ ਸੈਮੀਨਾਰ ਹੋ ਰਿਹਾ, ਜਿਸ ਵਿੱਚ ਤੁਸੀਂ ਹਰ ਇੱਕ ਸਟੂਡੈਂਟ ਜੋ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ ਉਹ ਪਹੁੰਚ ਕੇ ਮਨਪ੍ਰੀਤ ਜੀ ਨਾਲ ਸਪੈਸ਼ਲ ਡਿਸਕਸ਼ਨ ਕਰ ਸਕਦੇ ਹੋ ਆਪਣੀ ਪ੍ਰੋਫਾਈਲ ਦੇ ਰਿਲੇਟਡ। ਜੀ ਬਿਲਕੁਲ। ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਓਮ ਗਲੋਬਲ ਦੇ ਜੋ ਆਫਿਸ ਹੈ ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਚੰਡੀਗੜ੍ਹ ਵਿੱਚ ਨੇ, ਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਵੀ ਇਹਨਾਂ ਦੇ ਆਫਿਸ ਨੇ, ਤਾਂ ਕਿ ਜਿਹੜੇ ਸਟੂਡੈਂਟਸ ਇਹਨਾਂ ਥਰੂ ਆਸਟ੍ਰੇਲੀਆ ਔਰ ਕੈਨੇਡਾ ਪਹੁੰਚਦੇ ਨੇ ਉੱਥੇ ਜਾ ਕੇ ਵੀ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਵਾਈਆਂ ਜਾਣ। ਤੁਹਾਨੂੰ ਕੋਈ ਦਿੱਕਤ ਉੱਥੇ ਪਹੁੰਚ ਕੇ ਆਉਂਦੀ ਹੈ ਤਾਂ ਓਮ ਗਲੋਬਲ ਦੀ ਟੀਮ ਉੱਥੇ ਵੀ ਤੁਹਾਡੇ ਲਈ ਮੌਜੂਦ ਹੈ, ਹਰ ਤਰ੍ਹਾਂ ਦੀ ਤੁਹਾਡੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ। ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਖਾਸ ਤੌਰ ਤੇ ਆਸਟ੍ਰੇਲੀਆ ਤੋਂ ਮਨਪ੍ਰੀਤ ਜੀ ਤੁਹਾਡੀ ਟੀਮ ਦੇ ਮੈਂਬਰ ਨੇ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਕਿ ਸਟੂਡੈਂਟਸ ਨੂੰ ਗਾਈਡ ਕੀਤਾ ਜਾ ਸਕੇ। ਤੇ ਕਿੰਨਾ ਕੁ ਫਰਕ ਹੈ ਸਟੂਡੈਂਟਸ ਨੂੰ ਇਸ ਚੀਜ਼ ਦਾ, ਕਿੰਨਾ ਕੁ ਬੈਨੀਫਿਟ ਮਿਲਦਾ ਹੈ ਜਦੋਂ ਤੁਹਾਡੇ ਆਫਿਸ ਭਾਵੇਂ ਇੰਡੀਆ ਵਿੱਚ ਵੀ ਨੇ ਤੇ ਨਾਲ ਦੀ ਨਾਲ ਫੋਰਨ ਕੰਟਰੀ ਆਸਟ੍ਰੇਲੀਆ ਕੈਨੇਡਾ ਵਿੱਚ ਵੀ ਹੁੰਦੇ ਨੇ, ਸਟੂਡੈਂਟਸ ਨੂੰ ਕਿੰਨੀ ਕੁ ਹੈਲਪ ਮਿਲਦੀ ਹੈ ਇਹਦੇ ਨਾਲ? ਦੇਖੋ ਜੋ ਆਸਟ੍ਰੇਲੀਆ ਹੈ ਇੱਕ ਜੇ ਆਪਾਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਟੈਕਨੀਕਲ ਚੀਜ਼ਾਂ ਹੈ, ਤੇ ਇੱਕ ਮਾਈਗ੍ਰੇਸ਼ਨ ਏਜੰਟ ਮਿਸਟਰ ਸੁਮਿਤ ਖੰਨਾ ਜੀ ਜੋ ਸਾਡੇ ਆਸਟ੍ਰੇਲੀਆ ਆਫਿਸ ਵਿੱਚ ਬੈਠਦੇ ਹਨ ਤੋਂ ਸਾਨੂੰ ਰਿਪਰੈਜ਼ੈਂਟ ਕਰਦੇ ਨੇ, ਉਸ ਵਿੱਚ ਬਹੁਤ ਹੀ ਟੈਕਨੀਕਲ ਚੀਜ਼ਾਂ ਹੁੰਦੀਆਂ ਜੋ ਕਿ ਇੱਕ ਨਵੇਂ ਏਜੰਟ ਕੋਲੋਂ ਉਹ ਚੀਜ਼ਾਂ ਨਹੀਂ ਦੇਖੀਆਂ ਜਾ ਸਕਦੀਆਂ। ਤੁਸੀਂ ਸਾਡੇ ਪਿਛਲੇ 5 ਤੋਂ 7 ਸਾਲ ਦਾ ਰਿਕਾਰਡ ਚੈੱਕ ਕਰ ਸਕਦੇ ਹੋ। ਜ਼ਿਆਦਾ ਮੇਜਰ ਵੀਜ਼ਾ ਆਸਟ੍ਰੇਲੀਆ ਨੂੰ ਲੈ ਕੇ ਹੀ ਇੱਕ ਨਾਮ ਜਾਣਿਆ ਜਾਂਦਾ ਹੈ ਜੀ, ਓਮ ਗਲੋਬਲ, ਜੋ ਕਿ ਆਸਟ੍ਰੇਲੀਆ ਵਿੱਚ ਐਕਸਪਰਟ ਹੈ। ਤੋਂ ਉਹ ਬਰੀਕੀਆਂ ਨੂੰ ਸਾਰੀਆਂ ਨੂੰ ਸਾਡੇ ਵਿੱਚ ਮਨਪ੍ਰੀਤ ਜੀ ਤੇ ਮਿਸਟਰ ਸੁਮਿਤ ਖੰਨਾ ਜੀ ਬਹੁਤ ਹੈਲਪ ਕਰਦੇ ਨੇ। ਉਸ ਜੇ ਆਪਾਂ ਗੱਲ ਕਰੀਏ ਉੱਥੇ ਪਹੁੰਚ ਕੇ ਜੋ ਸਰਵਿਸ ਸਟੂਡੈਂਟ ਨੂੰ ਇੱਕ ਨਾਰਮਲ ਏਜੰਟ ਨਹੀਂ ਦੇ ਪਾ ਰਿਹਾ, ਉਹ ਓਮ ਗਲੋਬਲ ਯਾਨੀ ਕਿ ਆਸਟ੍ਰੇਲੀਆ ਵਿੱਚ ਵੀ ਉਹ ਸਰਵਿਸ ਦਿੰਦਾ ਹੈ ਤੇ ਇੰਡੀਆ ਵਿੱਚ ਵੀ ਦੋਨੋਂ ਸਰਵਿਸ ਪ੍ਰੋਵਾਈਡ ਕਰਦੇ ਨੇ। ਜੀ ਬਿਲਕੁਲ। ਤੇ ਆਸਟ੍ਰੇਲੀਆ ਜੋ ਹੈ ਪਿੱਛੇ ਖਬਰਾਂ ਆਈਆਂ ਕਿ ਹਰਿਆਣਾ ਦੇ ਸਟੂਡੈਂਟਸ ਨੂੰ ਲੈ ਕੇ ਜਿਹੜੇ ਹਰਿਆਣਾ ਬੋਰਡ ਤੋਂ ਪੜ੍ਹੇ ਹੋਏ ਨੇ ਉਹਨਾਂ ਨੂੰ ਲੈ ਕੇ ਥੋੜਾ ਸਟ੍ਰਿਕਟ ਹੋਇਆ, ਤਾਂ ਕੀ ਅੱਜ ਦੇ ਟਾਈਮ ਵਿੱਚ ਅਗਰ ਹਰਿਆਣਾ ਦੇ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ, ਚੰਗੀ ਪ੍ਰੋਫਾਈਲ ਹੋਵੇ, ਤਾਂ ਕੀ ਉਸਦਾ ਥੋੜਾ ਮੁਸ਼ਕਿਲ ਲੱਗਦਾ? ਦੇਖੋ ਅਗਰ ਹਰਿਆਣਾ ਦੀ ਗੱਲ ਕਰੀਏ, ਹਰਿਆਣਾ ਵਿੱਚ ਜੋ ਕਿ ਇੱਕ ਬਹੁਤ ਵੱਡਾ ਫਰਾਡ ਹੋਇਆ ਹੈ, ਇੱਕ ਜਾਲੀ ਡਾਕੂਮੈਂਟ ਦੇ ਨਾਮ ਤੇ ਉਹਨਾਂ ਦੇ ਵੀਜ਼ੇ ਅਪਲਾਈ ਕੀਤੇ ਗਏ, ਕਈ ਵੀਜ਼ੇ ਲੱਗ ਕੇ ਵੀ ਕੈਂਸਲ ਹੋਏ ਤੇ ਕਈਆਂ ਵਿੱਚ ਉਹਨਾਂ ਨੂੰ ਬੈਨ ਵੀ ਕੀਤਾ ਗਿਆ, ਕਈ 에ਅਰਪੋਰਟ ਤੋਂ ਵੀ ਵਾਪਸ ਕੀਤੇ ਗਏ। ਬਟ ਇਹ ਨਹੀਂ ਗਾ ਵੀ ਹਰ ਕੋਈ ਸਟੂਡੈਂਟ ਹਰਿਆਣੇ ਦਾ ਅਪਲਾਈ ਨਹੀਂ ਕਰ ਸਕਦਾ। ਅਗਰ ਤੁਹਾਡੇ ਕੋਲ ਪ੍ਰੋਪਰ ਸਾਰੇ ਕੁਝ ਦੀ ਵੈਰੀਫਿਕੇਸ਼ਨ ਹੈ, ਯਾਨੀ ਕਿ ਤੁਸੀਂ ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ ਜਾਂ ਹਰਿਆਣਾ ਬੋਰਡ ਤੋਂ ਤੁਸੀਂ +2 ਕੀਤੀ ਹੋਈ ਹੈ ਜਾਂ ਤੁਸੀਂ ਡਿਪਲੋਮਾ ਕੀਤਾ ਹੋਇਆ, ਤੁਸੀਂ ਉਸ ਦੀ ਵੈਰੀਫਿਕੇਸ਼ਨ ਦੇ ਸਕਦੇ ਹੋ। ਤੁਹਾਡੇ ਗੈਪ ਵਿੱਚ ਜੋ ਵੀ ਐਕਸਪੀਰੀਅੰਸ ਹੈ ਤੁਸੀਂ ਪ੍ਰੋਪਰ ਉਸ ਦੀ ਵੈਰੀਫਿਕੇਸ਼ਨ ਦੇ ਸਕਦੇ ਆ, ਤਾਂ ਤੁਸੀਂ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਯਾਨੀ ਕਿ ਜੋ ਜੈਨੂਇਨ ਸਟੂਡੈਂਟਸ ਨੇ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਉਹਨਾਂ ਦੇ ਸਕਸੈਸਫੁਲੀ ਵੀਜ਼ਾਸ ਆ ਰਹੇ ਨੇ। ਸੋ ਕਈ ਸਵਾਲ ਸਾਡੇ ਕੋਲੇ ਹਰਿਆਣਾ ਦੇ ਸਟੂਡੈਂਟਸ ਦੇ ਪਹੁੰਚੇ ਹੋਏ ਸਨ ਕਿ ਕੀ ਅਸੀਂ ਹੁਣ ਅਪਲਾਈ ਨਹੀਂ ਕਰ ਸਕਦੇ। ਸੋ ਜਿਹੜੇ ਜੈਨੂਇਨ ਸਟੂਡੈਂਟਸ ਨੇ, ਕੋਈ ਵੀ ਜਿਨ੍ਹਾਂ ਨੇ ਹੇਅਰ ਫੇਅਰ ਆਪਣੇ ਡਾਕੂਮੈਂਟਸ ਵਿੱਚ ਨਹੀਂ ਕੀਤਾ ਹੋਇਆ ਔਰ ਅੱਛੀ ਪ੍ਰੋਫਾਈਲਸ ਹੈ, ਸੋ ਤੁਸੀਂ ਬੇਝਿਜਕ ਬਿਨਾਂ ਡਰੇ ਜੋ ਹੈ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਤੁਹਾਡਾ ਵਧੀਆ ਸਕਸੈਸ ਰੇਟ ਰਹਿਣ ਵਾਲਾ, ਤੁਹਾਡਾ ਸਕਸੈਸਫੁਲੀ ਜੋ ਹੈ ਸਟੱਡੀ ਵੀਜ਼ਾ ਜ਼ਰੂਰ ਆਏਗਾ। ਤੇ ਸਵਾਲ ਹਮੇਸ਼ਾ ਆਸਟ੍ਰੇਲੀਆ ਦੀ ਪੀਆਰ ਨੂੰ ਵੀ ਲੈ ਕੇ ਰਹਿੰਦਾ, ਜੋ ਮੈਂ ਅਕਸਰ ਸ਼ੋਅ ਦੇ ਵਿੱਚ ਡਿਸਕਸ ਕਰਦੀ ਹਾਂ, ਸਾਰੇ ਜਿੰਨੇ ਵੀ ਐਕਸਪਰਟਸ ਅਸੀਂ ਬੁਲਾਉਂਦੇ ਹਾਂ ਕਿ ਕਿਉਂ ਆਸਟ੍ਰੇਲੀਆ ਦੀ ਪੀਆਰ ਨੂੰ ਸਟੂਡੈਂਟਸ ਮੁਸ਼ਕਿਲ ਮੰਨਦੇ ਨੇ। ਸਵਾਲ ਇਹ ਰਹਿੰਦਾ ਕਿ ਸਟੱਡੀ ਵੀਜ਼ਾ ਲੱਗ ਜਾਂਦਾ, ਸਟੂਡੈਂਟ ਪਹੁੰਚ ਜਾਂਦਾ, ਲੇਕਿਨ ਪੀਆਰ ਵਿੱਚ ਬਹੁਤ ਔਖਾ ਹੈ, ਪੀਆਰ ਨਹੀਂ ਹੋ ਪਾਉਂਦੀ। ਦੇਖੋ ਜੀ, ਅਗਰ ਆਸਟ੍ਰੇਲੀਆ ਦੀ ਪੀਆਰ ਦੀ ਗੱਲ ਕਰੀਏ, ਆਪਾਂ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਨੂੰ ਦੇਖ ਸਕਦੇ ਹਾਂ ਜੋ ਓਮ ਗਲੋਬਲ ਦੇ ਥਰੂ ਗਏ ਆ ਤੇ ਪੀਆਰ ਵੀ ਲੈ ਚੁੱਕੇ ਹਨ। ਬਟ ਕਈ ਸਟੂਡੈਂਟ ਇੱਦਾਂ ਦੇ ਹੁੰਦੇ ਹਨ ਜੋ ਆਪਣੇ ਸਹੀ ਜੋ ਪ੍ਰੋਸੈਸ ਨੂੰ ਫੋਲੋ ਨਹੀਂ ਕਰਦੇ, ਵੀ ਕਿੱਦਾਂ ਕੋਰਸ ਵਿੱਚ ਜਾ ਕੇ ਆਪਣੇ ਜੋ ਕੋਰਸ ਵਿੱਚ ਪੜ੍ਹਾਈ ਕੀਤੀ ਹੈ ਉਸ ਵਿੱਚ ਜਾ ਕੇ ਅੱਗੇ ਜੌਬ ਵੀ ਲੈਣੀ ਹੈ ਤੇ ਉਸ ਦੇ ਸਾਰੇ ਪੁਆਇੰਟਸ ਪੂਰੇ ਕਰਨੇ ਆ, ਕਿਹੜੇ ਪ੍ਰੋਵਿੰਸ 'ਚ ਕਿੰਨੇ ਪੁਆਇੰਟ ਬਣਦੇ ਆ, ਇਹਨਾਂ ਚੀਜ਼ਾਂ ਨੂੰ ਹੀ ਲੈ ਕੇ ਮਿਸਟਰ ਮਨਪ੍ਰੀਤ ਜੀ ਜੋ ਕਿ ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ 'ਚੋਂ ਪਹੁੰਚੇ ਆ, ਉਹ ਉਹਨਾਂ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਪੀਆਰ ਸੰਬੰਧੀ ਜਾਣਕਾਰੀ। ਯਾਨੀ ਕਿ ਅਗਰ ਤੁਸੀਂ ਸਟੂਡੈਂਟ ਵੀਜ਼ੇ ਤੇ ਉੱਥੇ ਜਾਂਦੇ ਹੋ ਤਾਂ ਕਿੱਦਾਂ ਪਾਥਵੇ ਪ੍ਰੋਗਰਾਮ ਯਾਨੀ ਕਿ ਪੀਆਰ ਦਾ ਪ੍ਰੋਸੈਸ ਇਹ ਕੰਪਲੀਟ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਵੀ ਪੀਆਰ ਤੇ ਤੁਸੀਂ
ਰਹਿ ਸਕਦੇ ਹੋ ਉੱਥੇ। ਜੀ ਜੀ ਬਿਲਕੁਲ। ਤੇ ਕੀ ਇਸ ਸੈਮੀਨਾਰ ਦੇ ਵਿੱਚ ਜਿਹੜੇ ਕੈਨੇਡਾ ਤੋਂ ਰਿਫਿਊਜ਼ਲ ਕੇਸਿਸ ਨੇ, ਜਿਨ੍ਹਾਂ ਸਟੂਡੈਂਟਸ ਇੱਕ ਜਾਂ ਦੋ ਵਾਰ ਰਿਫਿਊਜ਼ਲ ਆ ਚੁੱਕੇ, ਉਹ ਵੀ ਇਸ ਸੈਮੀਨਾਰ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਵੀ ਕੋਈ ਚੰਗਾ ਰਾਹ ਮਿਲ ਸਕਦਾ, ਦਿਖ ਹਾਂਜੀ ਸਕਦਾ? ਜ਼ਰੂਰ ਜੀ। ਅਗਰ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ, 2021 ਪਾਸ ਆਊਟ ਹੋ, ਤੁਹਾਡੇ ਓਵਰਆਲ 6 ਬੈਂਡ ਨੇ, ਇੱਕ ਜਾਂ ਦੋ ਮੋਡਿਊਲ ਚੋਂ 5.5 ਬੈਂਡ ਹੈ, ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਤੁਹਾਡੇ ਆਇਲਸ ਜਾਂ ਪੀਟੀ ਚੋਂ ਵਧੀਆ ਸਕੋਰ ਨੇ, ਤੁਸੀਂ ਸਿੰਗਲ ਹੋ ਜਾਂ ਵਿਆਹੇ ਹੋ, ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਤੁਸੀਂ ਕੈਨੇਡਾ ਤੋਂ ਇੱਕ ਵਾਰੀ ਜਾਂ ਦੋ ਵਾਰੀ ਜਾਂ ਤਿੰਨ ਵਾਰੀ ਰਿਫਿਊਜ਼ ਹੋ, ਤੁਸੀਂ ਆ ਕੇ ਇਸ ਸੈਮੀਨਾਰ ਦਾ ਹਿੱਸਾ ਬਣੋ ਤੇ ਆਪਣੀ ਪ੍ਰੋਫਾਈਲ ਡਿਸਕਸ ਕਰੋ। ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰੇਗਾ ਤੁਹਾਡਾ ਓਮ ਗਲੋਬਲ। ਜੀ 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 ਬਿਲਕੁਲ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ ਕਿ ਓਮ ਗਲੋਬਲ ਇਮੀਗ੍ਰੇਸ਼ਨ ਦਾ ਜੋ ਨੰਬਰ ਹੈ ਲਗਾਤਾਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਤੁਸੀਂ ਇਸ ਉੱਪਰ ਕਾਲ ਕਰਕੇ ਆਪਣੀ ਪ੍ਰੋਫਾਈਲ ਬਾਰੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ, ਜਾਂ ਫਿਰ ਤੁਸੀਂ ਸੈਮੀਨਾਰ ਬਾਰੇ ਕੁਝ ਜਾਣਨਾ ਚਾਹੋ ਉਹ ਵੀ ਜਾਣ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ 15 ਅਪ੍ਰੈਲ ਤੋਂ 18 ਅਪ੍ਰੈਲ ਤੱਕ ਇਹ ਸੈਮੀਨਾਰ ਹੈ। ਜੋ ਡਿਟੇਲਸ ਹੈ ਉਹ ਨਾਲ ਸਕਰੋਲ ਦੇ ਵਿੱਚ ਵੀ ਚੱਲ ਰਹੀਆਂ, ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਤਰੀਕ ਨੂੰ ਕਿੱਥੇ, ਤੁਹਾਨੂੰ ਜਿੱਥੇ ਨੇੜੇ ਲੱਗੇ ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਜਾਓ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜਾਓ, ਤਾਂ ਕਿ ਮੌਕੇ ਤੇ ਤੁਸੀਂ ਸਹੀ ਡਿਸੀਜਨ ਲੈ ਕੇ ਟਾਈਮਲੀ ਜੋ ਹੈ ਆਪਣੀ ਸੀਟ ਜੋ ਹੈ ਰਿਜ਼ਰਵ ਕਰ ਸਕੋ, ਟਾਈਮਲੀ ਜੋ ਹੈ ਅਪਲਾਈ ਕਰਕੇ ਤੁਹਾਡਾ ਸਟੱਡੀ ਵੀਜ਼ਾ ਲੱਗਣ ਦਾ ਰਸਤਾ ਜਲਦੀ ਤੋਂ ਜਲਦੀ ਪੂਰਾ ਹੋਵੇ। ਜਦੋਂ ਆਪਾਂ ਪੀਆਰ ਦੀ ਗੱਲ ਕਰਦੇ ਹਾਂ ਤਾਂ ਇੱਥੇ ਪ੍ਰੋਸੈਸ ਨੂੰ ਸਮਝਣਾ ਹੋਰ ਡਿਟੇਲ ਵਿੱਚ ਮੈਂ ਚਾਹੂੰਗੀ ਸਾਡੇ ਦਰਸ਼ਕਾਂ ਦੇ ਲਈ ਕਿ ਆਸਟ੍ਰੇਲੀਆ ਦੀ ਪੀਆਰ ਜਾਂ ਕੈਨੇਡਾ ਦੀ ਪੀਆਰ ਦੋਵਾਂ ਵਿੱਚ ਕਿੱਥੇ ਆ ਕੇ ਕਿੰਨਾ ਕੁ ਫਰਕ ਹੈ, ਪੂਰੇ ਪ੍ਰੋਸੈਸ ਵਿੱਚ ਕਿਹਨੂੰ ਆਪਾਂ ਸੌਖਾ ਕਹਿ ਸਕਦੇ ਹਾਂ ਤੇ ਕਿਸ ਨੂੰ ਅਸੀਂ ਔਖਾ ਕਹਿ ਸਕਦੇ ਹਾਂ। ਦੇਖੋ ਜੀ, ਆਪਾਂ ਗੱਲ ਕਰਦੇ ਹਾਂ ਜੇ ਅਗਰ ਡਾਇਰੈਕਟ ਪੀਆਰ ਦੀ ਗੱਲ ਕਰਦੇ ਹਾਂ, ਥੋੜਾ ਜਿਹਾ ਲੀਨੀਅਟ ਹੈ ਜਿਹਦੇ ਵਿੱਚ ਕੈਨੇਡਾ। ਅਗਰ ਆਪਾਂ ਇੱਥੋਂ ਡਾਇਰੈਕਟ ਪੀਆਰ ਅਪਲਾਈ ਕਰਨੀ ਹੈ ਤਾਂ ਆਸਟ੍ਰੇਲੀਆ ਥੋੜਾ ਡਿਫਿਕਲਟ ਹੈ, ਬਟ ਇਹ ਇੱਕ ਆਪਸ਼ਨ ਆਈ ਹੈ। ਇੱਕ ਜੋ ਆਪਾਂ ਗੱਲ ਕਰੀਏ 1000 ਵੀਜ਼ਾ, ਜੋ ਆਪਣਾ ਵਰਕਿੰਗ ਹੌਲੀਡੇ ਵੀਜ਼ਾ ਆਸਟ੍ਰੇਲੀਆ ਨੇ ਸ਼ੁਰੂ ਕੀਤਾ ਹੈ, ਜੋ ਕਿ ਇੰਡੀਆ ਤੇ ਆਸਟ੍ਰੇਲੀਆ ਵਿੱਚ ਬਹੁਤ ਹੀ ਪੋਜ਼ਿਟਿਵ ਨਿਊਜ਼ ਹੈ। 1000 ਵੀਜ਼ਾ ਆਪਾਂ ਹੁਣ ਆਸਟ੍ਰੇਲੀਆ ਵਿੱਚ, ਯਾਨੀ ਕਿ ਵਰਕਿੰਗ ਹੌਲੀਡੇ ਵੀਜ਼ਾ, ਜੋ ਕਿ 1 ਸਾਲ ਤੋਂ ਲੈ ਕੇ 3 ਸਾਲ ਤੱਕ ਉੱਥੇ ਜਾ ਕੇ ਰਹਿ ਕੇ ਬੰਦਾ ਕੰਮ ਕਰ ਸਕਦਾ, ਜੋ ਕਿ ਅੱਗੇ ਯੂਕੇ ਵਿੱਚ ਹੁੰਦਾ ਸੀਗਾ। ਪਹਿਲੀ ਵਾਰ ਆਸਟ੍ਰੇਲੀਆ ਨੇ ਇੰਡੀਆ, ਯਾਨੀ ਕਿ ਹਿਸਟਰੀ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਨੇ ਇੰਡੀਆ ਲਈ ਇਹ ਖੋਲ੍ਹਿਆ 1000 ਅਪ ਟੂ 1000, ਜੋ ਕਿ ਸੁਣਨ ਚ ਆ ਰਿਹਾ 1000 ਵੀਜ਼ਾ ਇਹ ਹਰ ਸਾਲ ਦਿੱਤਾ ਜਾਊਗਾ। ਓਕੇ, ਤਾਂ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਸਟ੍ਰੇਲੀਆ ਜੋ ਹੈ ਵੈਲਕਮ ਕਰ ਰਿਹਾ ਹੈ ਇੰਡੀਅਨਸ ਨੂੰ। ਔਰ ਅਸੀਂ ਅਗਰ ਇੱਕ ਪਾਸੇ ਰਿਊਮਰਸ ਆ ਜਾਂਦੇ ਨੇ ਕਿ ਸ਼ਾਇਦ ਆਸਟ੍ਰੇਲੀਆ ਸਟ੍ਰਿਕਟ ਹੋ ਰਿਹਾ, ਸੋ ਐਸੀ ਗੱਲ ਨਹੀਂ ਹੈ। ਜੈਨੂਇਨ ਡਾਕੂਮੈਂਟਸ ਦਾ ਹੋਣਾ ਤਾਂ ਬਹੁਤ ਹੀ ਜ਼ਰੂਰੀ ਹੁੰਦਾ, ਜੇਕਰ ਫੇਕ ਡਾਕੂਮੈਂਟਸ ਲੱਗਣਗੇ ਤਾਂ ਉਹਨਾਂ ਦੇ ਰਿਫਿਊਜ਼ਲ ਤਾਂ ਆਉਣਗੇ ਹੀ। ਇਸ ਲਈ ਇਹ ਅੰਦਾਜ਼ਾ ਨਾ ਲਗਾ ਲਿਆ ਕਰੋ ਕਿ ਜੋ ਹੈ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਵੱਧ ਗਿਆ। ਸੋ ਅੱਜ ਦੇ ਟਾਈਮ ਵਿੱਚ ਇੱਕ ਅੱਛੀ ਆਪਸ਼ਨ ਆਸਟ੍ਰੇਲੀਆ ਨੂੰ ਅਸੀਂ ਮੰਨ ਸਕਦੇ ਹਾਂ, ਕਿਉਂਕਿ ਬਹੁਤ ਜਲਦੀ ਉੱਥੇ ਜਾ ਕੇ ਤੁਸੀਂ ਆਪਣੀ ਪੜ੍ਹਾਈ ਕਰਕੇ ਪੀਆਰ ਵੀ ਈਜ਼ੀਲੀ ਲੈ ਸਕਦੇ ਹੋ। ਸਭ ਤੋਂ ਵੱਡਾ ਪਲੱਸ ਪੁਆਇੰਟ ਜੋ ਮੰਨਿਆ ਜਾਂਦਾ ਕਿ ਚਲੋ ਸਪਾਊਸ ਨੇ ਵੀ ਨਾਲ ਜਾਣਾ ਹੈ ਤਾਂ ਇੱਕ ਸਿਕਿਉਰ ਜਗ੍ਹਾ ਸਾਨੂੰ ਲੱਗਦੀ ਹੈ। ਤੇ ਸਪਾਊਸ ਵੀਜ਼ਾ ਬਾਰੇ ਵੀ ਮੈਂ ਜਾਣਨਾ ਚਾਹੂੰਗੀ ਇਸੇ ਪ੍ਰੋਸੈਸ ਨੂੰ ਲੈ ਕੇ, ਤਾਂ ਕਿ ਪੂਰਾ ਕਲੀਅਰਲੀ ਜੋ ਹੈ ਸਾਡੇ ਦਰਸ਼ਕ ਸਮਝ ਸਕਣ ਕਿ ਆਸਟ੍ਰੇਲੀਆ ਜਾਣਾ, ਸਪਾਊਸ ਵੀਜ਼ਾ ਵੀ ਲਗਾਉਣਾ ਹੈ, ਕਿਹੜੀ ਚੀਜ਼ਾਂ ਨੂੰ ਪੂਰੀਆਂ ਕਰਨਾ ਹੀ ਪਏਗਾ। ਦੇਖੋ ਜੀ, ਅਗਰ ਸਪਾਊਸ ਵੀਜ਼ਾ ਤੇ ਆਸਟ੍ਰੇਲੀਆ ਜਾਣਾ ਹੈ ਤਾਂ ਤੁਸੀਂ ਬੈਚਲਰ ਕੀਤੀ ਹੈ, ਚਾਹੇ ਤੁਸੀਂ ਮਾਸਟਰਸ ਕੀਤੀ ਹੈ, ਅਦਰਵਾਈਜ਼ ਤੁਸੀਂ ਜੀਐਨਐਮ ਨਰਸਿੰਗ ਕੀਤੀ ਹੈ, ਤਾਂ ਵੀ ਤੁਸੀਂ ਸਪਾਊਸ ਨੂੰ ਆਪਣੇ ਨੂੰ ਨਾਲ ਲੈ ਕੇ ਜਾ ਸਕਦੇ ਹੋ। ਅਗਰ ਤੁਸੀਂ +2 ਬੇਸ ਤੇ ਵੀ ਜਾਣਾ ਚਾਹੁੰਦੇ ਆ, ਬਟ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਰਿਫਿਊਜ਼ਲ ਦੇ ਚਾਂਸਸ ਹੁੰਦੇ ਆ ਕਿ ਅਗਰ ਤੁਹਾਡੀ ਨਵਾਂ ਵਿਆਹ ਹੈ। ਬਟ ਅਗਰ ਤੁਸੀਂ ਗ੍ਰੈਜੂਏਟ ਹੋ, ਪਲੱਸ ਅਗਰ ਤੁਸੀਂ ਮਾਸਟਰਸ ਕੀਤੀ ਹੋਈ ਹੈ, ਜਾਂ ਤੁਹਾਡੀ ਜੀਐਨਐਮ ਨਰਸਿੰਗ ਜਾਂ ਹੋਰ ਕੋਈ ਪੋਲੀਟੈਕਨਿਕ ਡਿਪਲੋਮਾ ਕੀਤਾ ਹੈ, ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੀ। ਈਵਨ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਠੀਕ ਹੈ। ਤੇ ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰਨਾ ਚਾਹ ਰਹੇ ਨੇ, ਕਿਹੜਾ ਕਮਿੰਗ ਇਨਟੇਕ ਹੈ ਜਿਹਦੇ ਲਈ ਹਲੇ ਵੀ ਅਪਲਾਈ ਕਰ ਸਕਦੇ, ਔਰ ਕਿੰਨੇ ਪੁਰਾਣੇ ਫੰਡਸ ਚਾਹੀਦੇ ਨੇ, ਤਾਂ ਕਿ ਦਰਸ਼ਕ ਅਗਰ ਅੱਜ ਸਾਡੇ ਨਾਲ ਪਹਿਲੀ ਵਾਰ ਵੀ ਇਸ ਸ਼ੋਅ ਵਿੱਚ ਜੁੜੇ ਹੋਣ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਉਹ ਹਲੇ ਵੀ ਅਪਲਾਈ ਕਰ ਸਕਦੇ ਨੇ ਕਿ ਨਹੀਂ। ਅਗਰ ਆਪਾਂ ਗੱਲ ਕਰੀਏ +2 ਦੀ, ਤੇ ਉਹਨਾਂ ਲਈ 2021 ਪਾਸ ਆਊਟ ਸਟੂਡੈਂਟ ਲਈ ਇਹ ਲਾਸਟ ਇਨਟੇਕ ਹੈ, ਜੁਲਾਈ ਇਨਟੇਕ। ਇਸ ਤੋਂ ਬਾਅਦ ਉਹਨਾਂ ਲਈ ਬਹੁਤ ਆਸਟ੍ਰੇਲੀਆ ਵਿੱਚ ਜਾ ਕੇ ਅਪਲਾਈ ਕਰਨਾ ਬਹੁਤ ਔਖਾ ਹੋ ਜਾਏਗਾ। ਅਗਰ ਆਪਾਂ ਗ੍ਰੈਜੂਏਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਲਈ ਲੇਟੈਸਟ ਇਨਟੇਕ ਜੁਲਾਈ ਹੈ, ਯਾਨੀ ਕਿ ਆਸਟ੍ਰੇਲੀਆ ਇਸ ਟਾਈਮ 3 ਤੋਂ 4 ਮਹੀਨੇ ਦਾ ਟਾਈਮ ਲੈ ਰਿਹਾ, ਤੇ ਆਪਾਂ ਇਸ ਮਿਡ ਅਪ੍ਰੈਲ 'ਚ ਬੈਠੇ ਹਾਂ, ਯਾਨੀ ਕਿ ਆਪਾਂ ਜੁਲਾਈ ਦੇ ਐਂਡ ਵਿੱਚ ਆਸਟ੍ਰੇਲੀਆ ਜਾ ਕੇ ਪੜ੍ਹਨ ਦਾ ਸੁਪਨਾ ਦੇਖ ਸਕਦੇ ਹਾਂ। ਬਟ ਅਗਰ ਤੁਸੀਂ ਫਾਈਨੈਂਸ਼ੀਅਲੀ ਪਲੈਨਿੰਗ ਸਾਰਾ ਕੁਝ ਠੀਕ ਤਰੀਕੇ ਨਾਲ ਕੀਤਾ ਹੋਇਆ, ਕਿੰਨੇ ਪੁਰਾਣੇ ਫੰਡ ਆਪਾਂ ਸ਼ੋਅ ਕਰ ਸਕਦੇ ਹਾਂ। ਹਰ ਯੂਨੀਵਰਸਿਟੀ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ। ਅਗਰ ਤੁਹਾਡੇ ਕੋਲ ਨਵੇਂ ਫੰਡ ਵੀ ਹੈ ਬਟ ਉਸ ਦੀ ਜਸਟੀਫਿਕੇਸ਼ਨ ਹੈ ਤਾਂ ਤੁਸੀਂ ਤਾਂ ਵੀ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਾਈ ਕਰ ਸਕਦੇ ਹੋ ਉਸ ਫੰਡਾਂ ਨੂੰ ਦਿਖਾ ਕੇ। ਜੀ ਬਿਲਕੁਲ। ਤੇ ਆਪਾਂ ਅਗਰ ਜਿਵੇਂ ਗੱਲ ਕਰੀਏ ਮੋਟੇ ਤੌਰ ਤੇ ਕਿ ਸਟੂਡੈਂਟਸ ਨੂੰ ਟਿਪਸ ਤੇ ਜਿਹੜੀ ਜਾਣਕਾਰੀ ਹੋਵੇ, ਕਿ ਜਦੋਂ ਆਪਾਂ ਜਿਵੇਂ ਕੈਨੇਡਾ ਦੀ ਗੱਲ ਕਰੀਏ ਤਾਂ ਐਸਓਪੀ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ, ਫੰਡਸ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਦੀ ਜਦ ਗੱਲ ਹੁੰਦੀ ਹੈ ਤਾਂ ਟਿਪਸ ਤੇ ਕਿਹੜੇ ਪੁਆਇੰਟ ਸਟੂਡੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੇ ਉੱਪਰ ਮੈਂ ਵੀ ਧਿਆਨ ਦੇਵਾਂ, ਕੰਸਲਟੈਂਟ ਚਾਹੇ ਜਿਵੇਂ ਵੀ ਫਾਈਲਿੰਗ ਕਰ ਰਹੇ ਨੇ, ਕਿ ਉਹ ਵੀ ਇੱਕ ਸਵਾਲ ਕਰਨ ਵਾਲੇ ਬਣ ਸਕਣ।
ਸਭ ਤੋਂ ਪਹਿਲਾਂ ਤਾਂ ਟਿਪਸ ਦੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਤੁਹਾਡਾ ਕੰਸਲਟੈਂਟ ਕਿੰਨੀ ਕੁ ਨੌਲੇਜ ਰੱਖਦਾ ਹੈ। ਸਭ ਤੋਂ ਜ਼ਰੂਰੀ ਚੀਜ਼ ਹੈ ਆਸਟ੍ਰੇਲੀਆ ਦੀ ਜੀਟੀ ਬਾਰੇ ਕਿੰਨੀ ਨੌਲੇਜ ਰੱਖਦਾ, ਕਿਹੜੇ ਏਜੰਟ ਨੇ ਕਿੰਨੇ ਲਾਸਟ ਪਾਸ ਈਅਰ 'ਚ ਵੀਜ਼ੇ ਲਗਵਾਏ ਨੇ, 2-4 ਸਾਲ 'ਚ ਕਿੰਨੇ ਉਸਨੇ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਲਗਵਾ ਕੇ ਪ੍ਰੋਪਰ ਵੀਜ਼ਾ ਲਗਵਾ ਕੇ ਆਸਟ੍ਰੇਲੀਆ ਭੇਜਿਆ ਹੈ, ਕਿੰਨੀ ਉਹਦੀ ਰਿਫਿਊਜ਼ਲ ਰੇਟ ਹੈ। ਪਲੱਸ ਅਗਰ ਆਪਾਂ ਗੱਲ ਕਰੀਏ ਤੁਹਾਡੇ ਫਾਈਨੈਂਸ਼ੀਅਲ ਫੰਡਿੰਗ ਦੀ ਤੁਹਾਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ। ਤੁਹਾਡੇ ਅਕੈਡਮਿਕ ਯਾਨੀ ਕਿ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਆ, ਤੁਹਾਨੂੰ ਹਾਇਰ ਲੈਵਲ 'ਚ ਯਾਨੀ ਕਿ ਹਾਇਰ ਡਿਗਰੀ 'ਚ ਅਪਲਾਈ ਕਰਨਾ ਚਾਹੀਦਾ ਹੈ। ਇਹ ਤੁਹਾਡੀਆਂ ਗੱਲਾਂ ਤੁਹਾਡੇ ਟਿਪਸ ਤੇ ਹੋਣੀਆਂ ਚਾਹੀਦੀਆਂ ਵੀ ਕਿਹੜੀ ਯੂਨੀਵਰਸਿਟੀ 'ਚ ਕਿਹੜਾ ਕੋਰਸ ਤੁਸੀਂ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ, ਤੁਸੀਂ ਕੋਰਸ ਦੀ ਗੱਲ ਕੀਤੀ ਹੈ ਤਾਂ ਕੋਰਸ ਦਾ ਰੈਲੀਵੈਂਟ ਹੋਣਾ ਹਮੇਸ਼ਾ ਹੀ ਜ਼ਰੂਰੀ ਸਮਝਿਆ ਜਾਂਦਾ ਹੈ। ਪਰ ਜਦੋਂ ਆਸਟ੍ਰੇਲੀਆ ਦੀ ਵੀ ਗੱਲ ਆਉਂਦੀ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਆਸਟ੍ਰੇਲੀਆ ਕਦੇ ਵੀ ਆਪਣੀ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦਾ। ਹੁਣ ਤੱਕ ਅਸੀਂ ਜੋ ਵੀ ਚੀਜ਼ਾਂ ਦੇਖਦੇ ਹਾਂ ਕਿ ਕੁਆਲਿਟੀ ਨੂੰ ਪ੍ਰਾਇੋਰਟੀ ਤੇ ਰੱਖਦਾ ਆਸਟ੍ਰੇਲੀਆ। ਤਾਂ ਕੋਰਸ ਦੀ ਰੈਲੀਵੈਂਸੀ ਨੂੰ ਲੈ ਕੇ ਮੈਂ ਜਾਣਨਾ ਚਾਹੂੰਗੀ ਕਿ ਕਿਸ ਤਰ੍ਹਾਂ ਦੇ ਸਟੂਡੈਂਟਸ ਨੂੰ, ਕਿਉਂਕਿ ਰਿਫਿਊਜ਼ਲ ਦਾ ਸਭ ਤੋਂ ਜ਼ਿਆਦਾ ਰੀਜ਼ਨ ਕਈ ਵਾਰ ਇਹ ਦੇਖਿਆ ਜਾਂਦਾ ਕਿ ਕੋਰਸ ਰੈਲੀਵੈਂਟ ਹੀ ਨਹੀਂ ਹੁੰਦਾ, ਜਿਸ ਕਰਕੇ ਬਹੁਤ ਚੰਗੀ ਪ੍ਰੋਫਾਈਲ ਦੇ ਉੱਪਰ ਵੀ ਰਿਫਿਊਜ਼ਲ ਆਈ ਹੁੰਦੀ ਹੈ। ਹਰਜੋਤ ਜੀ, ਜੇ ਆਪਾਂ ਗੱਲ ਕਰੀਏ ਕੋਰਸ ਰੈਲੇਵੈਂਟ, ਜੇ ਆਪਾਂ ਗੱਲ ਕਰੀਏ ਇਸ ਚੀਜ਼ ਨੂੰ ਲੈ ਕੇ ਸਟੂਡੈਂਟ ਵੱਲੋਂ ਕਿਤੇ ਨਾ ਕਿਤੇ ਮਿਸਗਾਈਡ ਹੁੰਦਾ, ਬਟ ਉਹਦੇ ਵਿੱਚ ਪ੍ਰੋਬਲਮ ਸਟੂਡੈਂਟ ਦੀ ਵੀ ਹੈ। ਕਈ ਵਾਰ ਸਟੂਡੈਂਟ ਜਿੱਦਾਂ ਕਿ ਆਪਾਂ ਗੱਲ ਕਰਦੇ ਆ, ਮੇਰੇ ਕੋਲ ਵੀ ਸਟੂਡੈਂਟ ਆਉਂਦੇ ਆ ਵੀ ਮੈਂ ਮੈਲਬਨ ਹੀ ਜਾਣਾ ਜਾਂ ਬ੍ਰਿਸਬੇਨ ਹੀ ਜਾਣਾ ਜਾਂ ਮੈਂ ਪਰਥ ਹੀ ਜਾਣਾ, ਮੈਨੂੰ ਇੱਥੇ ਹੀ ਭੇਜਿਆ ਜਾਵੇ, ਚਾਹੇ ਕੋਰਸ ਜਿਹੜਾ ਮਰਜ਼ੀ ਹੀ ਦਿੱਤਾ ਜਾਵੇ ਬਟ ਮੈਨੂੰ ਇੱਥੇ ਹੀ ਭੇਜਿਆ ਜਾਵੇ। ਇਸ ਲਈ ਮੈਂ ਸਟੂਡੈਂਟ ਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਫਸਟ ਪ੍ਰੈਫਰੈਂਸ ਆਪਣੇ ਕੋਰਸ ਏਰੀਆ ਪ੍ਰੈਫਰੈਂਸ ਨੂੰ ਦਿਓ, ਜਿਸ ਵਿੱਚ ਤੁਹਾਡੀ ਜੌਬ ਆਪਸ਼ਨਸ ਹੋਵੇ ਤੇ ਪਲੱਸ ਤੁਸੀਂ ਉੱਥੇ ਜਾ ਕੇ ਪੜ੍ਹ ਕੇ ਅੱਛੀ ਜੌਬ ਲੱਭੋ ਤੇ ਅੱਛੇ ਤੁਸੀਂ ਉੱਥੇ ਅਰਨਿੰਗ ਕਰੋ ਤੇ ਪਲੱਸ ਤੁਹਾਡੇ PR ਵਿੱਚ ਵੀ ਹੈਲਪ ਕੀਤੀ ਜਾ ਸਕੇ। ਅਗਰ ਤੁਸੀਂ ਗੱਲ ਕਰੀਏ ਆਪਾਂ ਆਸਟ੍ਰੇਲੀਆ ਦੀ, ਆਸਟ੍ਰੇਲੀਆ ਵਿੱਚ ਵੀ ਇਸ ਟਾਈਮ ਅਗਰ ਜੇ ਆਪਾਂ ਕੋਰਸ ਰੈਲੇਵੈਂਸੀ ਨਹੀਂ ਚੂਜ਼ ਕਰਦੇ ਤਾਂ ਉਹਨਾਂ ਨੂੰ ਵੀ ਬਹੁਤ ਯਾਨੀ ਕਿ ਅਨਐਮਪਲੋਇਮੈਂਟ ਦਿਖਾਉਣਾ ਪੈਂਦਾ। ਅਗਰ ਤੁਸੀਂ ਰੈਲੇਵੈਂਟ ਕੋਰਸ ਨਹੀਂ ਜਾਂਦੇਗੇ, ਉੱਥੇ ਜਾ ਕੇ ਤੁਹਾਨੂੰ ਜੌਬ ਆਪਸ਼ਨ ਨਹੀਂ ਮਿਲਦੀਆਂ ਤਾਂ ਤੁਸੀਂ ਅਨਐਮਪਲੋਇਮੈਂਟ 'ਚ ਉਹਨਾਂ ਦੇ ਯਾਨੀ ਕਿ ਅਨਐਮਪਲੋਇਮੈਂਟ ਰੇਟ 'ਚ ਵਾਧਾ ਹੁੰਦਾ। ਇਸ ਲਈ ਤੁਸੀਂ ਵਧੀਆ ਕੋਰਸ ਸਿਲੈਕਸ਼ਨ ਕਰੋ। ਇਸ ਨੂੰ ਛੱਡ ਕੇ ਵੀ ਅਸੀਂ ਆਪਣੇ ਰਿਸ਼ਤੇਦਾਰਾਂ ਕੋਲੇ ਜਾਣਾ ਜਾਂ ਮੇਰੇ ਭੈਣ ਭਰਾ ਕੋਲੇ ਆ, ਮੈਂ ਇੱਥੇ ਹੀ ਜਾਣਾ, ਪਹਿਲੀ ਪ੍ਰੈਫਰੈਂਸ ਆਪਣੇ ਕੋਰਸ ਨੂੰ ਦਿਓ ਤੇ ਆਪਣੀ ਜੌਬ ਨੂੰ ਦਿਓ। ਜੀ ਬਿਲਕੁਲ, ਤੇ ਤੁਹਾਡੇ ਕੋਲ ਕਈ ਤਰ੍ਹਾਂ ਦੇ ਸਟੂਡੈਂਟਸ ਆਉਂਦੇ ਹੋਣੇ, ਮਿਲਦੇ ਹੋਣੇ, ਤਾਂ ਕੀ ਵਾਕਈ ਇਹ ਚੀਜ਼ਾਂ ਪ੍ਰੈਕਟੀਕਲੀ ਵੇਖਣ ਨੂੰ ਮਿਲਦੀਆਂ ਕਿ ਜਦੋਂ ਤੁਸੀਂ ਸਟੂਡੈਂਟ ਨੂੰ ਦੱਸਦੇ ਹੋ ਕਿ ਕਿਸ ਚੀਜ਼ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ ਤਾਂ ਕੀ ਉਹ ਆਪਣੀ ਚੁਆਇਸ ਬਦਲਦੇ ਨੇ ਚੀਜ਼ਾਂ ਨੂੰ ਸਮਝਣ ਤੋਂ ਬਾਅਦ? ਦੇਖੋ ਜੀ, ਅਗਰ ਸਟੂਡੈਂਟ ਦੀ ਗੱਲ ਕਰੀਏ, ਜਿਹੜਾ ਸਟੂਡੈਂਟ ਪੜ੍ਹਨਾ ਚਾਹੁੰਦਾ ਉਹ ਵਾਕਈ ਚੀਜ਼ਾਂ ਨੂੰ ਸਮਝਦਾ। ਅਦਰਵਾਈਜ਼ ਜੇ ਸਟੂਡੈਂਟ ਨੂੰ ਕਿਸੇ ਰਿਸ਼ਤੇਦਾਰ ਜਾਂ ਉਸੇ ਯਾਰ ਮਿੱਤਰ ਦਾ ਇਹ ਕਹਿ ਕੇ ਫੋਨ ਕੀਤਾ ਜਾਂਦਾ ਹੈ ਵੀ ਭਾਈ ਸਾਹਿਬ ਤੂੰ ਕਿਹੜੇ ਮਰਜ਼ੀ ਕੋਰਸ ਆ ਜਾ ਤੇ ਅਸੀਂ ਤੇਰਾ ਇੱਥੇ ਦੇਖ ਲਾਂਗੇ, ਇਸ ਚੱਕਰ 'ਚ ਉਹ ਆਪਣਾ ਵੀਜ਼ਾ ਵੀ ਰਿਫਿਊਜ਼ ਕਰਾਂਦਾ ਤੇ ਪਲੱਸ ਉਹ ਆਪਣੇ ਪੈਸੇ ਵੀ ਖਰਾਬ ਕਰਦਾ ਤੇ ਟਾਈਮ ਵੀ ਖਰਾਬ ਕਰਦਾ। ਆਸਟ੍ਰੇਲੀਆ ਦਾ ਵੀਜ਼ਾ ਇੱਕ ਵਾਰ ਰਿਫਿਊਜ਼ ਹੋ ਜਾਏ ਤੇ ਦੁਬਾਰਾ ਲੈਣਾ ਬਹੁਤ ਮੁਸ਼ਕਿਲ ਹੁੰਦਾ ਹੈ, ਬਸ਼ਰਤੇ ਅਗਰ ਉਸ ਦੀ ਪ੍ਰੋਫਾਈਲ ਵਿੱਚ ਕੁਝ ਚੇਂਜਸ ਨਹੀਂ ਹੁੰਦੀਆਂ। ਬਿਲਕੁਲ, ਤੇ ਇੱਥੇ ਮੈਂ ਰਿਫਿਊਜ਼ਲ ਕੇਸਿਸ ਬਾਰੇ ਹੀ ਥੋੜਾ ਹੋਰ ਡਿਸਕਸ ਕਰਨਾ ਚਾਹੂੰਗੀ ਕਿ ਤੁਸੀਂ ਗੱਲ ਕੀਤੀ ਹੈ ਕਿਉਂਕਿ ਤੁਹਾਡੇ ਕੋਲ ਕੋਈ ਹੋਰ ਕੰਸਲਟੈਂਟਸ ਵੀ ਅਗਰ ਦੂਜੀ ਥਾਵਾਂ ਤੋਂ ਕੰਸਲਟੈਂਟਸ ਔਰ ਰਿਫਿਊਜ਼ਲ ਤੋਂ ਬਾਅਦ ਸਟੂਡੈਂਟ ਪਹੁੰਚਦੇ ਹੋਣੇ ਤਾਂ ਤੁਸੀਂ ਓਮ ਗਲੋਬਲ ਵੱਲੋਂ ਕਿਸ ਤਰੀਕੇ ਨਾਲ ਵਰਕਿੰਗ ਕੀਤੀ ਜਾਂਦੀ ਹੈ ਕਿਸੇ ਰਿਫਿਊਜ਼ਡ ਫਾਈਲ ਦੇ ਉੱਪਰ ਵੀਜ਼ਾ ਲਗਾਉਣ ਦੇ ਲਈ? ਦੇਖੋ ਜੀ, ਅਗਰ ਤੁਸੀਂ ਆਸਟ੍ਰੇਲੀਆ ਤੋਂ ਪਹਿਲਾਂ ਕਿਤੇ ਰਿਫਿਊਜ਼ ਹੋ ਗਏ ਹੋ, ਤੁਹਾਡੀ ਪ੍ਰੋਫਾਈਲ ਵਿੱਚ ਕੁਝ ਚੇਂਜਸ ਆ ਗਈਆਂ, ਤੁਸੀਂ ਯਾਨੀ ਕਿ +2 ਵਿੱਚ ਰਿਫਿਊਜ਼ ਸੀ, ਉਸ ਤੋਂ ਬਾਅਦ ਤੁਸੀਂ ਡਿਗਰੀ ਕਰ ਲਈ ਜਾਂ ਮਾਸਟਰ ਵਿੱਚ ਚਲੇ ਗਏ ਹੋ, ਡਿਗਰੀ ਤੋਂ ਬਾਅਦ ਰਿਫਿਊਜ਼ ਹੋ ਗਏ ਹੋ ਜਾਂ ਤੁਸੀਂ IELTS ਜਾਂ PT ਆਪਣੀ ਚੇਂਜ ਕਰ ਲਿਆ ਹੈ, ਤਾਂ ਇਸ ਵਿੱਚ ਤੁਸੀਂ ਆਸਟ੍ਰੇਲੀਆ ਅਜੇ ਵੀ ਜਾਣ ਦਾ ਸੁਪਨਾ ਦੇਖ ਸਕਦੇ ਹੋ ਤੇ ਤੁਹਾਡਾ ਇਹ ਸੁਪਨਾ ਓਮ ਗਲੋਬਲ ਜ਼ਰੂਰ ਪੂਰਾ ਕਰੇਗਾ। ਤੁਸੀਂ ਸਾਡੇ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਇੱਦਾਂ ਦੇ ਵੀਜ਼ੇ ਦੇਖ ਸਕਦੇ ਹੋ ਜੋ ਪਹਿਲਾਂ 1 ਜਾਂ 2 ਵਾਰੀ ਆਸਟ੍ਰੇਲੀਆ ਤੋਂ ਰਿਫਿਊਜ਼ ਸੀ ਔਰ ਦੁਬਾਰਾ ਆਸਟ੍ਰੇਲੀਆ ਦਾ ਹੀ ਵੀਜ਼ਾ ਲੱਗਾ ਉਹਨਾਂ ਦਾ। ਓਕੇ ਜੀ, ਯਾਨੀ ਤੁਸੀਂ ਵੀ ਅਗਰ ਕਿਤੇ ਹਤਾਸ਼ ਹੋ ਚੁੱਕੇ ਹੋ, ਰਿਫਿਊਜ਼ਲ ਆ ਚੁੱਕੀ ਹੈ ਪਹਿਲਾਂ ਤੁਹਾਡੀ ਪ੍ਰੋਫਾਈਲ ਦੇ, ਸੋ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੈਨੇਡਾ ਤੋਂ ਵੀ 2-2 3-3 ਵਾਰ ਰਿਫਿਊਜ਼ਲ ਆ ਚੁੱਕੇ ਜਿਹੜੇ ਸਟੂਡੈਂਟਸ ਹੁੰਦੇ ਨੇ। ਆਸਟ੍ਰੇਲੀਆ ਵਿੱਚ ਸਕਸੈਸਫੁਲੀ ਉਹਨਾਂ ਦੇ ਵੀਜ਼ਾਸ ਆਏ ਨੇ ਓਮ ਗਲੋਬਲ ਦੀ ਟੀਮ ਵੱਲੋਂ। ਸੋ ਇੱਕ ਚੰਗਾ ਕੰਮ ਕੀਤਾ ਜਾ ਰਿਹਾ ਓਮ ਗਲੋਬਲ ਦੀ ਟੀਮ ਵੱਲੋਂ ਤਾਂ ਕਿ ਸਟੂਡੈਂਟਸ ਜਿੱਥੇ ਵੀ ਉਹਨਾਂ ਦੀ ਮੰਜ਼ਿਲ ਹੈ ਪਹੁੰਚਾ ਸਕੀਏ ਅਸੀਂ ਉਹਨਾਂ ਨੂੰ ਇੱਕ ਚੰਗੀ ਗਾਈਡੈਂਸ ਦੇ ਨਾਲ। ਸੋ ਅੱਜ ਆਪਾਂ ਖਾਸ ਤੌਰ ਤੇ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਤਾਂ ਮੈਂ ਇੱਥੇ ਜਾਣਨਾ ਚਾਹੂੰਗੀ ਤੁਹਾਡੇ ਤੋਂ ਕਿ ਕਿਸ ਤਰੀਕੇ ਨਾਲ ਤੁਸੀਂ ਓਮ ਗਲੋਬਲ ਨੂੰ ਜੋ ਹੈ ਡਿਫਰੈਂਟ ਮੰਨਦੇ ਹੋ ਕਿਉਂਕਿ ਇਮੀਗ੍ਰੇਸ਼ਨ ਕੰਪਨੀਜ਼ ਬਹੁਤ ਸਾਰੀ ਹੋ ਚੁੱਕੀਆਂ ਨੇ, ਸਟੂਡੈਂਟਸ ਨੂੰ ਕਈ ਵਾਰੀ ਸਮਝ ਨਹੀਂ ਆਉਂਦਾ ਕਿ ਅਸੀਂ ਕਿਸ ਤੇ ਭਰੋਸਾ ਕਰੀਏ ਕਿਵੇਂ ਨਾ ਕਰੀਏ, ਪਰ ਓਮ ਗਲੋਬਲ ਦੀ ਜਿੱਥੇ ਗੱਲ ਆਉਂਦੀ ਹੈ ਤਾਂ ਆਪਾਂ ਕੀ ਸਮਝੀਏ ਕਿ ਕਿਸ ਚੀਜ਼ ਉੱਪਰ ਫੋਕਸ ਕੀਤਾ ਜਾਂਦਾ ਤਾਂ ਕਿ ਸਟੂਡੈਂਟਸ ਦਾ ਫਿਊਚਰ ਹੈ ਬ੍ਰਾਈਟ ਹੀ ਰਹੇ? ਦੇਖੋ ਜੀ,
ਓਮ ਗਲੋਬਲ ਤੇ ਅਗਰ ਤੁਸੀਂ ਭਰੋਸਾ ਇਸ ਚੀਜ਼ ਤੇ ਕਰ ਸਕਦੇ ਹੋ ਤਾਂ ਓਮ ਗਲੋਬਲ ਦਾ ਪਿਛਲੇ 10 ਸਾਲਾਂ ਦਾ ਰਿਕਾਰਡ ਚੈੱਕ ਕਰ ਸਕਦੇ ਹੋ ਵੀ ਜੀ। ਓਮ ਗਲੋਬਲ ਅਗਰ ਜੋ ਵੀ ਕੰਮ ਕਰਦਾ ਪੂਰੀ ਪਾਰਸ਼ੈਲਿਟੀ ਨਾਲ ਯਾਨੀ ਕਿ ਪੂਰਾ ਪ੍ਰੋਪਰ ਉਸ ਚੀਜ਼ ਨੂੰ ਦੱਸਦਾ ਹੈ, ਪਲੱਸ ਉਸ ਦੀ ਜੀਟੀ 'ਚ ਹੈਲਪ ਕਰਦਾ ਹੈ ਆਸਟ੍ਰੇਲੀਆ ਜਾਣ ਲਈ, ਪਲੱਸ ਉਸ ਦੀ ਐਸਓਪੀ 'ਚ ਪੂਰਾ ਸਟਰੋਂਗ ਰੀਜ਼ਨ ਦਿੰਦਾ ਹੈ, ਪਲੱਸ ਅਗਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਦਾ ਸਕਸੈਸ ਰੇਟ ਦੀ ਗੱਲ ਕਰੀਏ ਜੀ ਈਵਨ 95 ਤੋਂ ਲੈ ਕੇ 99% ਆਸਟ੍ਰੇਲੀਆ ਦੇ ਵੀਜ਼ਾ ਦਾ ਸਕਸੈਸ ਰੇਟ ਹੈ ਓਮ ਗਲੋਬਲ ਦਾ। ਜੀ 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 ਬਿਲਕੁਲ। ਸੋ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਅੱਜ ਦੇ ਸ਼ੋਅ ਵਿੱਚ ਆਪਾਂ ਖਾਸ ਤੌਰ ਤੇ ਆਸਟ੍ਰੇਲੀਆ ਬਾਰੇ ਹੀ ਡਿਸਕਸ਼ਨ ਕੀਤੀ ਹੈ ਤੇ ਇਸ ਡਿਸਕਸ਼ਨ ਦੇ ਵਿੱਚ ਤੁਸੀਂ ਜਿੰਨੀ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਹੈ ਤੁਸੀਂ ਇਸ ਦਾ ਫਾਇਦਾ ਜ਼ਰੂਰ ਚੱਕੋਗੇ। ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਮੈਂ ਜੋ ਤੁਹਾਡੇ ਵੱਲੋਂ ਸੈਮੀਨਾਰਸ ਕਰਵਾਏ ਜਾ ਰਹੇ ਨੇ 15 ਅਪ੍ਰੈਲ ਤੋਂ 18 ਅਪ੍ਰੈਲ ਤੱਕ ਉਸ ਦੇ ਬਾਰੇ ਥੋੜਾ ਹੋਰ ਜਾਣਕਾਰੀ ਚਾਹੂੰਗੀ ਕਿ ਇਸ ਵਿੱਚ ਹੋਰ ਕੀ ਖਾਸ ਤੌਰ ਤੇ ਕਿਹੜੇ ਕਾਲਜਸ ਜਾਂ ਕਿਹੜੀ ਯੂਨੀਵਰਸਿਟੀਜ਼ ਬਾਰੇ ਸਟੂਡੈਂਟਸ ਜੋ ਹੈ ਜਾਣਕਾਰੀ ਲੈ ਸਕਣਗੇ। ਆਸਟ੍ਰੇਲੀਆ ਨੂੰ ਲੈ ਕੇ ਖਾਸ ਸੈਮੀਨਾਰਸ ਕਰਾਏ ਜਾ ਰਹੇ ਨੇ 15 ਤਰੀਕ ਤੋਂ ਲੈ ਕੇ 18 ਤਰੀਕ ਤੱਕ। ਇਸ ਵਿੱਚ ਮਿਸਟਰ ਮਨਪ੍ਰੀਤ ਸਿੰਘ ਜੀ ਖਾਸ ਤੌਰ ਤੇ ਜੋ ਕਿ ਆਸਟ੍ਰੇਲੀਆ ਨੂੰ ਡੀਲ ਕਰਦੇ ਨੇ ਉਹ ਪਹੁੰਚੇ ਹੋਏ ਨੇ। ਤੁਸੀਂ ਹਰ ਇੱਕ ਯੂਨੀਵਰਸਿਟੀਜ਼ ਕਾਲਜ ਦੇ ਕੋਰਸਾਂ ਬਾਰੇ ਤੇ ਉਸ ਦੀ ਐਲੀਜੀਬਿਲਟੀ ਬਾਰੇ ਪੁੱਛ ਸਕਦੇ ਹੋ, ਕਿੱਦਾਂ ਤੁਸੀਂ ਆਸਟ੍ਰੇਲੀਆ ਦਾ ਜੀਟੀ ਕਲੀਅਰ ਕਰਵਾ ਕੇ ਵੀਜ਼ਾ ਅਪਲਾਈ ਕਰ ਸਕਦੇ ਹੋ, ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਜੁਲਾਈ ਇਨਟੇਕ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ +2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਮਾਸਟਰਸ ਕੀਤੀ ਹੈ, ਤੁਹਾਡੇ ਅੱਛੇ ਸਕੋਰ ਨੇ, ਅੱਛੇ ਬੈਂਡ ਨੇ, ਤਾਂ ਤੁਸੀਂ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰ ਸਕਦੇ ਹੋ ਅਜੇ ਵੀ। ਜੀ ਜੀ ਬਿਲਕੁਲ। ਜਦੋਂ ਆਪਾਂ ਵੈਸੇ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਨਾ, ਸਭ ਤੋਂ ਪਹਿਲਾਂ ਜੋ ਸਟੂਡੈਂਟਸ ਦੀ ਚੁਆਇਸ ਹੁੰਦੀ ਹੈ ਕੈਨੇਡਾ ਹੁੰਦੀ ਹੈ, ਪਰ ਅੱਜ ਦੇ ਟਾਈਮ ਵਿੱਚ ਆਸਟ੍ਰੇਲੀਆ ਵੀ ਬਹੁਤ ਇੱਕ ਵੱਡੀ ਚੁਆਇਸ ਬਣਦੀ ਜਾ ਰਹੀ ਹੈ ਸਟੂਡੈਂਟਸ ਦੀ। ਤਾਂ ਮੈਂ ਇੱਥੋਂ ਤੁਹਾਡੇ ਨਾਲ ਥੋੜਾ ਜਿਹਾ ਵੀ ਡਿਸਕਸ ਕਰਨਾ ਚਾਹੂੰਗੀ ਕਿ ਆਸਟ੍ਰੇਲੀਆ ਨੂੰ ਸਟੂਡੈਂਟਸ ਆਖਿਰ ਕਿਉਂ ਸਿਲੈਕਟ ਕਰਨ ਉੱਥੇ ਜਾਣ ਦੇ ਲਈ, ਆਪਣਾ ਫਿਊਚਰ ਬ੍ਰਾਈਟ ਕਰਨ ਲਈ ਕਿਸ ਤਰ੍ਹਾਂ ਦੇ ਬੈਨੀਫਿਟਸ ਉਹਨਾਂ ਨੂੰ ਮਿਲ ਸਕਦੇ ਨੇ ਜੇਕਰ ਉਹ ਆਸਟ੍ਰੇਲੀਆ ਨੂੰ ਚੁਣਦੇ ਨੇ। ਆਸਟ੍ਰੇਲੀਆ ਨੂੰ ਅਗਰ ਤੁਸੀਂ ਚੁਣਨਾ ਬੈਨੀਫਿਟਸ ਇਹ ਹੈ ਕਿ ਇਹ ਸਭ ਤੋਂ ਪਹਿਲਾ ਬੈਨੀਫਿਟਸ ਹੈ ਉੱਥੇ ਫੁੱਲ ਟਾਈਮ ਯਾਨੀ ਕਿ 40 ਘੰਟੇ ਬੰਦਾ ਕੰਮ ਕਰ ਸਕਦਾ ਹੈ ਸਟੱਡੀ ਦੇ ਨਾਲ, ਪਲੱਸ ਉੱਥੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਆ ਅਗਰ ਤੁਸੀਂ ਗ੍ਰੈਜੂਏਸ਼ਨ ਜਾਂ ਮਾਸਟਰਸ ਕੀਤੀ ਹੋਈ ਹੈ, ਪਲੱਸ ਉੱਥੇ ਅਰਨਿੰਗ ਦੇ ਬਹੁਤ ਹੀ ਵਧੀਆ ਸੋਰਸਿਸ ਨੇ, ਬੰਦਾ ਪੜ੍ਹਾਈ ਦੇ ਨਾਲ ਬਹੁਤ ਵਧੀਆ ਕਮਾ ਲੈਂਦਾ ਹੈ। ਇਸ ਕਰਕੇ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਨ ਦਾ ਸੁਪਨਾ ਤੁਸੀਂ ਦੇਖ ਸਕਦੇ ਹੋ। ਜੀ ਬਿਲਕੁਲ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਜ਼ਰੂਰ ਧਿਆਨ ਦੇ ਨਾਲ ਸੁਣਿਆ ਹੈ ਔਰ ਇਹਨਾਂ ਨੂੰ ਜ਼ਰੂਰ ਤੁਸੀਂ ਜਾਣਕਾਰੀ ਦੇ ਉੱਪਰ ਚੱਲਦੇ ਹੋਏ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕੋਗੇ। ਬਾਕੀ ਓਮ ਗਲੋਬਲ ਦੀ ਟੀਮ ਦਾ ਜੋ ਨੰਬਰ ਹੈ ਲਗਾਤਾਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਸ ਉੱਪਰ ਕਾਲ ਕਰਕੇ ਵੀ ਤੁਸੀਂ ਹੋਰ ਜਾਣਕਾਰੀ ਡਿਟੇਲ ਵਿੱਚ ਲੈ ਸਕਦੇ ਹੋ। ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਚੰਡੀਗੜ੍ਹ ਵਿੱਚ ਓਮ ਗਲੋਬਲ ਦੇ ਆਫਿਸ ਹੈ, ਜਿੱਥੇ ਤੁਹਾਨੂੰ ਨੇੜੇ ਲੱਗੇ ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜਾਓ, ਵਿਜ਼ਿਟ ਕਰੋ, ਅਸੈਸਮੈਂਟ ਕਰਵਾਓ, ਸਹੀ ਗਾਈਡੈਂਸ ਦੇ ਨਾਲ ਜੋ ਹੈ ਅਪਲਾਈ ਕਰੋ ਤਾਂ ਕਿ ਜਲਦੀ ਤੋਂ ਜਲਦੀ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਹੋ ਸਕੇ ਤੇ ਤੁਹਾਡਾ ਸਟੱਡੀ ਵੀਜ਼ਾ ਤੁਹਾਡੇ ਹੱਥ ਵਿੱਚ ਹੋਵੇ। ਇਸ ਦੇ ਨਾਲ ਹੀ ਆਸਟ੍ਰੇਲੀਆ ਔਰ ਕੈਨੇਡਾ ਵਿੱਚ ਵੀ ਇਹਨਾਂ ਦੇ ਆਫਿਸਿਸ ਨੇ ਤਾਂ ਕਿ ਤੁਹਾਨੂੰ ਉੱਥੇ ਪਹੁੰਚ ਕੇ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਤੇ ਜਾਂਦੇ ਜਾਂਦੇ ਇੱਕ ਮੈਸੇਜ ਤੁਹਾਡੇ ਤੋਂ ਜ਼ਰੂਰ ਆਪਣੇ ਦਰਸ਼ਕਾਂ ਲਈ, ਆਪਣੇ ਸਟੂਡੈਂਟਸ ਲਈ ਲੈਣਾ ਚਾਹਾਂਗੇ ਜਿਹੜੇ ਹੁਣ ਅਪਲਾਈ ਕਰਨ ਜਾ ਰਹੇ ਨੇ, ਕਿਹੜੀ ਚੀਜ਼ਾਂ ਦਾ ਧਿਆਨ ਰੱਖਣ ਅਤੇ ਕਿਸ ਤਰੀਕੇ ਨਾਲ ਅਪਲਾਈ ਕਰਨ ਤਾਂ ਕਿ ਉਹਨਾਂ ਨੂੰ ਰਿਫਿਊਜ਼ਲ ਫੇਸ ਨਾ ਕਰਨੀ ਪਏ। ਦੇਖੋ ਜੀ, ਮੈਸੇਜ ਇਹੀ ਆ, ਅਗਰ ਤੁਸੀਂ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖਿਆ ਹੈ, ਗਲਤ ਏਜੰਟਾਂ ਦੇ ਚੱਕਰਾਂ ਵਿੱਚ ਫਸ ਕੇ ਆਪਣੇ ਪੈਸੇ ਨਾ ਖਰਾਬ ਕਰੋ। ਅਗਰ ਤੁਹਾਡੀ ਜੀਟੀ ਕਲੀਅਰ ਹੁੰਦੀ ਹੈ, ਵੋਕੇਸ਼ਨਲ ਕੋਰਸਾਂ ਵਿੱਚ ਨਾ ਅਪਲਾਈ ਕਰੋ, ਹਾਇਰ ਐਜੂਕੇਸ਼ਨ ਲਈ ਅਪਲਾਈ ਕਰੋ, ਪ੍ਰੋਪਰ ਤਰੀਕੇ ਨਾਲ ਜੀਟੀ ਪ੍ਰੋਸੈਸ ਕਰੋ। ਅਗਰ ਤੁਸੀਂ 1 ਮਹੀਨੇ ਦੀ ਬਜਾਏ 3 ਮਹੀਨੇ ਦੀ ਵੀ ਵੇਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡਾ ਵੀਜ਼ਾ ਲੱਗ ਸਕਦਾ ਹੈ। ਪ੍ਰੋਪਰ ਤਰੀਕੇ ਨਾਲ ਆਪਣੀ ਫਾਈਲਿੰਗ ਤੇ ਕੰਮ ਕਰੋ, ਸਹੀ ਕੰਸਲਟੈਂਟ ਦੀ ਭਾਲ ਕਰੋ, ਚਾਹੇ ਕੋਈ ਵੀ ਹੈ ਜੋ ਤੁਹਾਨੂੰ ਵੀਜ਼ਾ ਲਗਵਾ ਕੇ ਦੇਵੇ। ਜੀ, ਇੱਕ ਸਹੀ ਕੰਸਲਟੈਂਟ ਦੀ ਚੋਣ ਤੁਸੀਂ ਗੱਲ ਕੀਤੀ ਹੈ ਤਾਂ ਮੈਂ ਸਹੀ ਕੰਸਲਟੈਂਟ ਦੀ ਚੋਣ ਨੂੰ ਲੈ ਕੇ ਵੀ ਚਾਹੂੰਗੀ ਕਿਉਂਕਿ ਮੇਨ ਫੋਕਸ ਸਟੂਡੈਂਟਸ ਨੂੰ ਇਸ ਤੇ ਕਰਨਾ ਬਹੁਤ ਜ਼ਰੂਰੀ ਹੈ ਕਿ ਸਹੀ ਕੰਸਲਟੈਂਟ ਹੋਏਗਾ, ਸਹੀ ਗਾਈਡੈਂਸ ਹੋਏਗੀ ਤਾਂ ਹੀ ਸਕਸੈਸਫੁਲੀ ਜੋ ਹੈ ਤੁਹਾਡਾ ਸਟੱਡੀ ਵੀਜ਼ਾ ਆਏਗਾ। ਬਾਕੀ ਡਿਟੇਲ ਵਿੱਚ ਥੋੜਾ ਜਿਹਾ ਹੋਰ ਕਿ ਸਹੀ ਕੰਸਲਟੈਂਟ ਦੀ ਚੋਣ ਕਰ ਰਹੇ ਹਾਂ ਤਾਂ ਕਿੰਨਾ ਚੀਜ਼ਾਂ ਦਾ ਧਿਆਨ ਰੱਖੀਏ। ਸਹੀ ਕੰਸਲਟੈਂਟ ਦੀ ਚੋਣ ਵੀ ਉਹ ਆਸਟ੍ਰੇਲੀਆ ਦੀ ਗੱਲ ਕਰਦੇ ਆ ਵੀ ਉਹ ਮਾਈਗ੍ਰੇਸ਼ਨ ਏਜੰਟ ਹੈ ਜਾਂ ਆਸਟ੍ਰੇਲੀਆ ਤੋਂ ਰਜਿਸਟਰਡ ਏਜੰਟ ਹੈ। ਅਗਰ ਆਪਾਂ ਗੱਲ ਕਰੀਏ ਪੰਜਾਬ ਦੀ ਬਹੁਤ ਸਾਰੇ ਏਜੰਟਸ ਇੱਦਾਂ ਦੇ ਆ ਜੋ ਆਸਟ੍ਰੇਲੀਆ ਦਾ ਕੰਮ ਕਰਦੇ ਆ, ਪਰ ਕਿਤੇ ਨਾ ਕਿਤੇ ਜੋ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹੈ ਉੱਥੇ ਬਹੁਤ ਫਰਕ ਪੈਂਦਾ ਇੱਕ ਪ੍ਰੋਫਾਈਲ ਨੂੰ ਅੱਗੇ ਅੰਬੈਸੀ ਵਿੱਚ ਭੇਜਣ ਨਾਲ। ਇੱਕ ਮਾਰਾ ਲਾਇਰ ਦੀ ਜੋ ਰਿਪਰੈਜ਼ੈਂਟ ਕਰਦਾ ਹੈ ਜੋ ਤੁਹਾਡੀ ਫਾਈਲ ਨੂੰ, ਤੇ ਉਸ ਵਿੱਚ ਬਹੁਤ ਵਧੀਆ ਵੀਜ਼ਾ ਲੱਗਣ ਦੇ ਚਾਂਸਸ ਵੱਧ ਜਾਂਦੇ ਨੇ। ਜੀ 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 ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਜੋ ਆਪਾਂ ਆਸਟ੍ਰੇਲੀਆ ਬਾਰੇ ਗੱਲਬਾਤ ਕੀਤੀ ਹੈ ਤੁਸੀਂ ਬਿਲਕੁਲ ਧਿਆਨ ਨਾਲ ਸੁਣੀ ਹੋਏਗੀ, ਸਮਝੀ ਹੋਏਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸ਼ੋਅ ਵਿੱਚ ਆਏ, ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।